ਨੂੰ ਆਸ ਬੱਝੀ ਹੈਗੀ ਹੈ ਕਿ ਜਿਹੜੀ ਪ੍ਰਾਪਰਟੀ ਆ ਇਹ ਦੁਬਾਰਾ ਪੰਥ ਕੋਲ ਹੀ ਆ ਜਾਏ ਜੀ। पंथ की प्रॉपर्टी कोई कदे किसी इंडिविजुअल को रह नहीं सकी। ये फैमिली ऐसी है इन्होंने ये असर तो नहीं होना कि वापस कर देंगे, पर पंथ की प्रॉपर्टी इंडिविजुअल रख किवें सकदा। ये पंथ की जायदाद पंथ के कोल रहनी चाहिए, ये फैमिली की जायदाद नहीं बन सकती। ਇਹ ਕਿਵੇਂ ਤੁਸੀਂ ਸਾਰਿਆਂ ਨੇ ਹੱਥ ਵੱਢ ਕੇ ਦੇ ਦਿੱਤੇ ਆ ਕਿ ਕਿਵੇਂ ਉਹਨਾਂ ਦੀਆਂ ਧੀਆਂ ਨੂੰ ਮੌਕਾ ਮਿਲ ਗਿਆ? ਤਕਨੀਕੀ ਕੁਝ ਜਿਹਨੂੰ ਆਪਾਂ ਮੱਦਾਂ ਕਹਿੰਦੇ ਆ ਉਹਦਾ ਲਾਹਾ ਲੈਂਦੇ ਹੋਏ ਉਹਨਾਂ ਨੇ ਇਨ ਫਰਾਡੂਲੈਂਟ ਤਰੀਕੇ ਨਾਲ ਉਹਨਾਂ ਨੇ ਕਬਜ਼ਾ ਜਾ ਕਰ ਲਿਆ। ਗਵਰਨਰ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਅੰਡਰ ਡਿਊਟੀ ਦੇ ਵਿੱਚ ਕੋਈ ਵੀ ਗਲਤ ਕੰਮ ਨਹੀਂ ਹੋਣ ਦਿਆਂਗਾ। ਇੱਕ ਪਰਿਵਾਰ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਬਣੀ ਹੋਈ ਪ੍ਰਾਪਰਟੀ ਉਹਨਾਂ ਵੱਲੋਂ ਦਿੱਤਾ ਹੋਇਆ ਜੋ ਨਿਸ਼ਾਨੇ ਸੀਗੇ ਉਹਨਾਂ ਨੂੰ ਪ੍ਰਮੋਟ ਕਰਨ ਦੀ ਬਜਾਏ 400 ਕਰੋੜ ਰੁਪਏ ਦਾ ਘਪਲਾ ਕਰਕੇ ਉੱਥੇ ਬੈਠ ਗਏ ਨੇ। ਕਿਉਂਕਿ ਮੱਧਿਆ ਮਾਰਗ ਦੇ ਉੱਪਰ ਇਹ 4 ਏਕੜ ਜ਼ਮੀਨ ਆ ਜਿਹਦੀ ਇਸ ਵਕਤ ਚੰਡੀਗੜ੍ਹ ਦੀ ਪ੍ਰਾਪਰਟੀ ਦੀ ਵੈਲਿਊ ਦੇ ਮੁਤਾਬਕ 400 ਕਰੋੜ ਦੇ ਕਰੀਬ ਇਹਦੀ ਕੀਮਤ ਜਿਹੜੀ ਆ ਉਹ ਹੋਣੀ ਆ। ਮੈਡਮ ਸ਼ਬੀਨਾ ਗਿੱਲ ਜਿਹੜੀ ਇੱਕ ਕਲੇਮ ਕਰਦੀ ਹੈ ਕਿ ਮੈਂ ਪ੍ਰੈਜ਼ੀਡੈਂਟ ਹਾਂ, ਇਹ ਕੋਈ ਵਿਧੀਵਤ ਤਰੀਕੇ ਨਾਲ ਚੁਣੀ ਹੋਈ ਜਾਂ ਉਸ ਟਾਈਮ 'ਤੇ ਉਸ ਕਮੇਟੀ ਦੀ ਮੀਟਿੰਗ ਦੁਆਰਾ ਅਪਾਇੰਟ ਕੀਤੀ ਹੋਈ ਪ੍ਰੈਜ਼ੀਡੈਂਟ ਨਹੀਂ ਹੈ। ਇਲੀਗਲ ਤੌਰ 'ਤੇ ਐਜ਼ ਪ੍ਰੈਜ਼ੀਡੈਂਟ ਜਿਹੜੀ ਆ ਇਹ ਫੰਕਸ਼ਨ ਕਰ ਰਹੀ ਆ। ਸਬੀਨਾ ਗਿੱਲ ਹੋਣਾ ਮੈਡਮ ਦਾ ਇੱਕ ਆਫੀਸ਼ੀਅਲੀ ਵਰਜਨ ਹੀ ਹੋਇਆ ਹੈ ਕਿ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਹ ਤੇ ਮੁੱਢਲੇ ਮੈਂਬਰ ਵੀ ਨਹੀਂ ਆਏ। ਮੈਡਮ ਇਹ ਤਾਂ ਦੱਸਣ ਕਿ ਉਹਨਾਂ ਨੂੰ ਕਦੋਂ ਤੇ ਕਿੰਨੇ ਪ੍ਰਧਾਨ ਬਣਾਇਆ ਸੀਗਾ। ਇਹਨਾਂ ਦੇ ਦਸਖਤਾਂ ਨਾਲ ਹੀ ਉਹ ਪ੍ਰਧਾਨ ਬਣ ਗਏ ਤੇ ਇਹ 5 ਮੈਂਬਰਾਂ ਦੇ ਦਸਖਤ ਹੈ ਜਿਹਦੇ ਤਹਿਤ ਉਹ ਪ੍ਰਧਾਨ ਬਣਦੇ ਆ ਫਰਵਰੀ 18 ਦੀ ਮੀਟਿੰਗ 'ਚ। ਤੇ ਉਹ ਹੁਣ ਕਿਵੇਂ ਇਸ ਗੱਲ ਨੂੰ ਡਿਨਾਈ ਕਰਨਗੇ ਕਿ ਇਹ ਮੈਂਬਰ ਨਹੀਂ ਗੇ। ਉਹਨਾਂ ਨੂੰ ਇਹ ਪੁੱਛੋ ਤੁਸੀਂ ਵੀ ਭਲਾ ਉਹ ਫੈਸਲਾ ਸਾਨੂੰ ਦੱਸੋ ਜਦੋਂ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਉਹ ਤੇ ਚਲੋ ਦਸਖਤ ਦਿਖਾਓ ਵੀ ਭਲਾ ਇਹ ਮੈਂਬਰ ਹੈ ਕਿ ਨਹੀਂ ਹੈ। ਉਹਨਾਂ ਨੂੰ ਇਹ ਪੁੱਛ ਲਓ। ਉੱਥੇ ਇੱਕ ਐਡਮਿਸ਼ਨ ਦੇ ਮਸਲੇ ਉੱਤੇ ਉਹਨਾਂ ਦੀ ਗੋਲੀ ਵੱਜੀ, ਮੈਂ ਹੀ ਉਹਨਾਂ ਨੂੰ ਚੁੱਕ ਕੇ ਲੈ ਕੇ ਆਇਆ ਸੀਗਾ। ਜਵਾੜੇ ਵਿੱਚੋਂ ਗੋਲੀ ਲੱਗੀ ਆ, ਮੇਰੇ ਤੋਂ ਪ੍ਰੋਪਰ ਬੋਲਿਆ ਵੀ ਨਹੀਂ ਆ ਰਿਹਾ, ਬੋਡੀ ਮੇਰੀ ਨਹੀਂ ਕੰਮ ਕਰ ਰਹੀ। ਜੇ ਤੁਸੀਂ ਸਾਰੇ ਮੈਂਬਰ ਅਲਾਓ ਕਰੋ ਤਾਂ ਮੈਂ ਆਪਣੀ ਲੜਕੀ ਨੂੰ ਅਸਿਸਟ ਕਰਨੀ ਆਪਣੇ ਨਾਲ ਮੈਂ ਇਹਨੂੰ ਵਾਈਸ ਪ੍ਰੈਜ਼ੀਡੈਂਟ ਬਣਾ। ਇਹ ਸਾਡੇ ਤੋਂ ਚਿੱਤ ਕਿਤੇ ਵੀ ਨਹੀਂ ਸੀ ਕਿ ਇਹ ਡਾਕਟਰ ਆਹਲੂਵਾਲੀਆ ਇੱਕ ਮੁੱਢ ਬਣ ਰਹੇ ਆ ਵੀ ਪੰਥ ਦੀ ਪ੍ਰਾਪਰਟੀ ਨੂੰ ਪਰਸਨਲ ਟੱਬਰ ਦੇ ਹਵਾਲੇ ਆਪਣੇ ਪਰਿਵਾਰ ਦੇ ਹਵਾਲੇ ਕਰਨ ਦਾ ਮੁੱਢ ਬਣ ਰਿਹਾ। ਅਸੀਂ ਤਾਂ ਸੋਚ ਵੀ ਨਹੀਂ ਸਕਦੇ ਇਹ ਗੱਲ। ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦਾ ਜਿਹੜਾ ਮਸਲਾ ਵਾ ਹੁਣ ਪੰਜਾਬ ਦੇ ਰਾਜਪਾਲ ਕੋਲ ਪਹੁੰਚ ਚੁੱਕਾ। ਜੇ ਇੱਕ ਵਫਦ ਮਿਲਿਆ, ਉਸ ਵਫਦ ਨੇ ਮੰਗ ਰੱਖੀ ਹੈਗੀ ਹੈ ਕਿ ਇਹ ਜਿਹੜਾ ਮਸਲਾ ਇਹ ਪੰਥਕ ਆ, ਇਹ ਪੰਥ ਦੀ ਪ੍ਰਾਪਰਟੀ ਆ ਤੇ ਕਿਵੇਂ ਪਿਤਾ ਪੁਰਖੀ ਪ੍ਰਾਪਰਟੀ ਬਣ ਚੁੱਕੀ ਆ। ਕਿਉਂਕਿ ਮਰਹੂਮ ਜਸਬੀਰ ਸਿੰਘ ਆਹਲੂਵਾਲੀਆ ਦੀਆਂ ਧੀਆਂ ਦਾ ਦੋਸ਼ ਲੱਗੇ ਉਹਨਾਂ ਤੇ ਕਿ ਉਹਨਾਂ ਨੇ ਕਬਜ਼ਾ ਕਰ ਲਿਆ। ਤੇ ਜਿਹੜਾ ਅੱਜ ਵਫਦ ਮਿਲਿਆ, ਇਸ ਸਮੇਂ ਸਾਡੇ ਨਾਲ ਵਫਦ ਦੇ ਸਾਰੇ ਮੈਂਬਰ ਨਾਲ ਨੇ। ਵਿਦਵਾਨ ਨੇ ਉੱਗੇ ਡਾਕਟਰ ਕਿਰਪਾਲ ਸਿੰਘ ਹੋਣੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਨੇ, ਸਰਦਾਰ ਕੇਰ ਸਿੰਘ ਹੋਣੀ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਨੇ ਪ੍ਰੋਫੈਸਰ ਮਨਜੀਤ ਸਿੰਘ ਹੋਣੀ, ਔਰ ਗੁਰੂ ਗੋਬਿੰਦ ਸਿੰਘ ਜਿਹੜੀ ਵਿਸ਼ਵ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਰਜਿਸਟਰ ਆ ਚੁੱਕੇ ਨੇ ਡਾਕਟਰ ਸ਼ਿੰਦਰਪਾਲ ਸਿੰਘ ਹੋਣੀ। ਇਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਆਖਰ ਗਵਰਨਰ ਸਾਹਿਬ ਹੋਣਾ ਨੇ ਕੀ ਇਸ ਮਸਲੇ ਤੇ ਤੁਹਾਨੂੰ ਭਰੋਸਾ ਦਿੱਤਾ। ਡਾਕਟਰ ਸਾਹਿਬ ਅੱਜ ਵਫਦ ਮਿਲਿਆ, ਜਿਹੜੇ ਰਾਜ ਸਭਾ ਮੈਂਬਰ ਰਹਿ ਚੁੱਕੇ ਨੇ ਤਰਲੋਚਨ ਸਿੰਘ ਹੋਣਾ ਦੀ ਅਗਵਾਈ ਦੇ ਵਿੱਚ, ਤੇ ਕੀ ਇਹ ਪੂਰਾ ਮਸਲੇ ਦੇ ਵਿੱਚ ਹੁਣ ਤੁਹਾਨੂੰ ਆਸ ਬੱਝੀ ਹੈਗੀ ਹੈ ਕਿ ਜਿਹੜੀ ਪ੍ਰਾਪਰਟੀ ਆ ਇਹ ਦੁਬਾਰਾ ਪੰਥ ਕੋਲ ਹੀ ਆ ਜਾਏ ਜੀ? मैं जगतार जी सिर्फ इन्नी गल तो जानना जी कि पंथ की प्रॉपर्टी कोई जी कदे किसी इंडिविजुअल को रह नहीं सकी। जी मेरा विश्वास ये है कि मतलब गुरुद्वारा सुधार लहर तो देख के ही करते हैं भी सरकारां भी ਜਿਹੜੀਆਂ ਨੇ इस गल तो झुकदियां रही हैं। जी जी ਇਹਦੇ 'ਚ ਇੱਕ ਫਿਆਜ਼ੀਆਂ ਵੀ ਹੁੰਦੀਆਂ ਨੇ ਕਿ ਲੋਕ ਜੇ ਕਿਸੇ ਨੂੰ ਪਤਾ ਲੱਗ ਜਾਏ ਕਿ ਮੇਰੇ ਕੋਲ ਪੰਥ ਦੀ ਪ੍ਰਾਪਰਟੀ ਹੈ ਤੇ ਪੰਥ ਨੂੰ ਵਾਪਸ ਵੀ ਕਰਦਾ ਰਿਹਾ। ਜੀ ਜੀ ਲੇਟੈਸਟ ਜਿਹੜਾ ਅਵਤਾਰ ਸਿੰਘ ਹਿੱਤ ਦੀ ਮਿਸਾਲ ਹੈ, ਜੀ ਜੀ ਉਹਨਾਂ ਨੇ ਸਟੈਂਡ ਲਿਆ ਅਕਾਲ ਤਖਤ ਦੇ, ਉਹਨਾਂ ਨੇ ਵਾਪਸ ਕਰਤੀ। ਜੀ ਇਹ ਫੈਮਿਲੀ ਐਸੀ ਹੈ ਜੀ ਕਿਉਂਕਿ ਆਹਲੂਵਾਲੀਆ ਸਾਹਿਬ ਦੇ ਅਸੀਂ ਦੋਸਤ ਵੀ ਰਹੇ ਹਾਂ, ਉਹਨਾਂ ਦਾ ਕੰਮ ਵੀ ਕੀਤਾ। ਜੀ ਇਹਨਾਂ ਤੇ ਇਹ ਅਸਰ ਤਾਂ ਨਹੀਂ ਹੋਣਾ ਕਿ ਵਾਪਸ ਕਰ ਦੇਣਗੇ, ਜੀ ਪਰ ਪੰਥ ਦੀ ਪ੍ਰਾਪਰਟੀ ਜੀ ਇੰਡੀਵਿਜੂਅਲ ਰੱਖ ਕਿਵੇਂ ਸਕਦਾ ਹੈ। ਜੀ ਆਖਰਕਾਰ ਜਦੋਂ ਫਾਊਂਡੇਸ਼ਨ ਬਣੀ ਹੈ, ਜੀ ਇਹ ਸੈਂਕੜੇ ਕਰੋੜਾਂ ਦੀ ਹੈਗੀ ਹੈ ਜਾਇਦਾਦ, ਜੀ ਉਹ ਬੰਦਾ ਲੈ ਜਾਵੇ, ਜੀ ਕਾਨੂੰਨ ਨੂੰ ਹਾਈਜੈਕ ਕਰ ਲਵੇ ਜੀ ਜਾਂ ਫਰਾਡ ਲੈ ਕੇ ਫਰਾਡੋਲੈਂਟ ਢੰਗ ਨਾਲ ਕਬਜ਼ਾ ਕਰ ਲੇ, ਜੀ ਇਹਦੇ ਨਾਲ ਇਹ ਤਾਂ ਨਹੀਂ ਮਤਲਬ ਹੋ ਗਿਆ ਵੀ ਉਹ ਮੁੱਕ ਗਿਆ। ਜੀ ਅਸੀਂ ਇਹ ਮਾਮਲਾ ਪਬਲਿਕ ਡੋਮੇਨ 'ਚ ਲਿਆਉਣਾ ਸੀ, ਜੀ ਪਬਲਿਕ ਡੋਮੇਨ 'ਚ ਲੈ ਜਾਂਦਾ। ਜੀ ਹੁਣ ਇਸ ਵੇਲੇ ਤੁਹਾਡੇ ਨਾਲ ਗੱਲਬਾਤ ਕਰਦੇ ਮੈਂ ਮਹਿਸੂਸ ਕਰ ਰਿਹਾ ਕਿ ਹੋਣਾ ਉਹ ਹੈ ਜੋ ਅਸੀਂ ਮਹਿਸੂਸ ਕਰ ਰਹੇ ਹਾਂ। ਕੀ ਤੁਸੀਂ ਕੀ ਮਹਿਸੂਸ ਕਰ ਕੀ ਹੋਏਗਾ? ਅਸੀਂ ਮਤਲਬ ਆਪਾਂ ਸਾਰੇ ਮਹਿਸੂਸ ਕਰ ਰਹੇ ਹਾਂ
ਕਿ ਪੰਥ ਦੀ ਜਾਇਦਾਦ ਪੰਥ ਦੇ ਕੋਲੇ ਰਹਿਣੀ ਚਾਹੀਦੀ ਹੈ ਜੀ ਇਹ ਫੈਮਿਲੀ ਦੀ ਜਾਇਦਾਦ ਨਹੀਂ ਬਣ ਸਕਦੀ ਇਹ ਮਹਿਸੂਸ ਕਰਦੇ ਹਾਂ ਜੀ ਜਦੋਂ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਤੇ ਸੰਗਤੀ ਜੀ ਰੀਝ ਹੁੰਦੀ ਹੈ ਜੋ ਮੇਰੀ ਸਿੱਖ ਲੈਂਗੁਏਜ ਜੀ। ਤੇ ਇਹਨੇ ਸਿਰੇ ਚੜ੍ਹਨਾ ਹੀ ਚੜ੍ਹਨਾ ਜੀ ਉਹਨਾਂ ਨੂੰ ਛੱਡਣੀ ਪਏਗੀ ਹੁਣ ਸਵਾਲ ਇਹ ਹੈ ਕਿ ਜੇ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਹ ਯਕੀਨ ਹੁੰਦਾ ਹੈ ਕੋਈ ਯਾਰ ਮੁਕੱਦਮਾ ਵੀ ਹੋ ਜਾਏਗਾ ਸਾਨੂੰ 4-5 ਲੱਖ ਰੁਪਈਆ ਮਹੀਨੇ ਦਾ ਮਿਲ ਰਿਹਾ ਤੇ ਅਸੀਂ ਵਕੀਲ ਨੂੰ ਦੇ ਦਿਆਂਗੇ ਤੇ ਕੌਣ ਲੜੇਗਾ ਤੇ ਇਹ ਹੁੰਦਾ ਹੈ ਕੋਈ ਨਹੀਂ ਲੜਦਾ ਬਿਲਕੁਲ ਜੀ। ਇਸੇ ਕਰਕੇ ਅਸੀਂ ਇਹਨੂੰ ਸੰਗਤੀ ਲੈਵਲ ਤੇ ਲਿਆ ਰਹੇ ਹਾਂ ਪਬਲਿਕ ਡੋਮੇਨ ਵਿੱਚ ਲਿਆ ਰਹੇ ਹਾਂ ਇਹ ਲੜਾਈ ਜਿਹੜੀ ਹੈ ਇਹ ਮੋਰਲ ਹੈ ਜੀ ਨੈਤਿਕ ਜਿੱਤ ਨੈਤਿਕ ਹਾਰ ਹੈ ਉਹਨਾਂ ਦਾ ਬਣ ਜਾਣਾ ਜਾਨੀ ਫਰਾਡੂਲੈਂਟ ਢੰਗ ਨਾਲ ਹਾਈਜੈਕ ਕਰ ਲੈਣਾ ਸਾਰਾ ਕੁਝ ਜੀ ਉਹਨੂੰ ਭਾਵੇਂ ਕਾਨੂੰਨੀ ਜਾਮਾ ਵੀ ਬਣਾ ਲਿਆ ਹੋਵੇ ਜੀ ਪਰ ਇਹ ਜਿਹੜੀ ਹੈ ਇਹਨੂੰ ਤੁਸੀਂ ਦਿਆਨਤਦਾਰੀ ਨਹੀਂ ਕਹਿ ਸਕਦੇ ਜੀ। ਇਹ ਨੈਤਿਕ ਮਸਲਾ ਹੈ ਤੇ ਇਹਨੇ ਪਬਲਿਕ 'ਚ ਨਹੀਂ ਮਿਲਣਾ ਪਰ ਅੱਜ ਗਵਰਨਰ ਸਾਹਿਬ ਕੀ ਕਹਿੰਦੇ ਨੇ ਜੀ? ਬੋਲ ਸਕਦੇ ਸਿੰਪਲੀ ਕਹਿੰਦੇ ਵੀ ਤੁਹਾਡਾ ਮਸਲਾ ਜਿਹੜਾ ਹੈ ਉਹ ਮੇਰੇ ਤੱਕ ਤੇ ਉਦੋਂ ਆਏਗਾ ਨਾ ਜਦੋਂ ਤੁਸੀਂ ਪੁਲਿਸ ਕੋਲ ਕ੍ਰਿਮੀਨਲ ਰਿਪੋਰਟ ਕਰੋਗੇ ਜੀ ਤੇ ਜਦੋਂ ਆਏਗਾ ਮੈਂ ਉਹਨੂੰ ਦੇਖਾਂਗਾ ਔਰ ਮੈਂ ਗੱਲ ਤੁਹਾਡੀ ਸਮਝ ਲਈ ਹੈ ਤੁਹਾਡਾ ਸਟੈਂਡ ਠੀਕ ਹੈ ਤੇ ਹੁਣ ਕੰਪਲੇਂਟ ਦੇ ਰਿਹਾ ਜੀ ਤੁਹਾਡਾ ਵਫਦ? ਕੰਪਲੇਂਟ ਦੇਵਾਂਗੇ ਨਾ ਹੁਣ ਮਤਲਬ ਕੰਪਲੇਂਟ ਤਿਆਰ ਕਰਾਂਗੇ ਤਾਂ ਦੇਵਾਂਗੇ। ਵੈਸੇ ਕੀਰਤ ਸਿੰਘ ਸਾਹਿਬ ਇਹ ਜਦੋਂ ਅਸੀਂ ਡਾਕਟਰ ਸ਼ਿੰਦਰਪਾਲ ਸਿੰਘ ਉਹਨਾਂ ਦੀ ਪਿਛਲੀ ਵਾਰ ਇੰਟਰਵਿਊ ਕੀਤੀ ਉਸ ਤੇ ਬਹੁਤ ਸਾਰੇ ਲੋਕਾਂ ਦੇ ਮੈਸੇਜ ਹੀ ਆਏ ਨੇ ਉਹ ਕਹਿ ਰਹੇ ਕਿ ਐਡੇ ਵਿਦਵਾਨ ਬੰਦੇ ਜਿਵੇਂ ਇਹਨਾਂ ਨੇ ਸਾਰਿਆਂ ਦੇ ਨਾਮ ਗਿਣਾਏ ਸੀ ਇਹ ਕਿਵੇਂ ਤੁਸੀਂ ਸਾਰਿਆਂ ਨੇ ਹੱਥ ਵੱਢ ਕੇ ਦੇ ਦਿੱਤੇ ਆ ਕਿ ਕਿਵੇਂ ਉਹਨਾਂ ਦੀਆਂ ਧੀਆਂ ਨੂੰ ਮੌਕਾ ਮਿਲ ਗਿਆ ਜੀ? ਜਗਤਾਰ ਜੀ ਇਸ ਤਰ੍ਹਾਂ ਹੈ ਗੱਲ ਜਿਸ ਤਰ੍ਹਾਂ ਬਲਕਾਰ ਸਿੰਘ ਹੁਣੀ ਦੱਸ ਰਹੇ ਸੀ ਅਸੀਂ ਮੈਂਬਰ ਨਹੀਂ ਸੀ ਜੀ ਮੈਂ ਤੇ ਡਾਕਟਰ ਬਲਕਾਰ ਸਿੰਘ ਅਸੀਂ ਸੁਹਿਰਦ ਪੰਥ ਦੀ ਸੋਚ ਵਾਲੇ ਸੱਜਣ ਜ਼ਰੂਰ ਹੈ ਜੀ ਇਹ ਮੈਂਬਰ ਸੀਗੇ ਛਿੰਦਰਪਾਲ ਸਿੰਘ ਹੋਣੀ ਡਾਕਟਰ ਮਨਜੀਤ ਸਿੰਘ ਹੋਣੀ ਮਿਸਟਰ ਖੁਰਾਣਾ ਮਿਸਿਸ ਵੀਨਾ ਦਾਦਾ ਔਰ ਇੱਕ ਮਿਸਟਰ ਗਰੇਵਾਲ ਲੁਧਿਆਣੇ ਵਾਲੇ ਜਿਨ੍ਹਾਂ ਨੇ ਦਸਖਤ ਕੀਤੇ ਸੀਗੇ ਉਹ ਇਹ ਦੱਸਣਗੇ ਵੀ ਇਹਨਾਂ ਨੇ ਕਿਸ ਭਾਵਨਾ ਨਾਲ ਦਸਖਤ ਕੀਤੇ ਸੀ ਉਹਨਾਂ ਦੀ ਭਾਵਨਾ ਇਹ ਸੀਗੀ ਵੀ ਜੇ ਇਹ ਇੰਸਟੀਟਿਊਸ਼ਨ ਕਿਸੇ ਢੰਗ ਨਾਲ ਚੱਲਦਾ ਰਹੇ ਔਰ ਆਊਟਪੁੱਟ ਦਿੰਦਾ ਰਹੇ ਤੇ ਚਲੋ ਕੋਈ ਕਾਰਜ ਦਿੰਦੇ ਇਹਨਾਂ ਨੇ ਇਹ ਭਾਵਨਾ ਨਾਲ ਦਿੱਤੇ ਜੀ ਤੇ ਜਾਂ ਉਹ ਇਮੋਸ਼ਨਲ ਵੀ ਕਹਿੰਦੇ ਉਹ ਆਪਾਂ ਕਹਿੰਦੇ ਹੁੰਦੇ ਆ ਕਿ ਐਕਸਪਲੋਇਟ ਕੀਤਾ ਜਾਂਦਾ ਉਹ ਕਰ ਲਿਆ ਹੋਣਾ ਉਹਨਾਂ ਨੂੰ ਇਹ ਤੇ ਛਿੰਦਰਪਾਲ ਸਿੰਘ ਹੋਣੀ ਬੈਟਰ ਦੱਸਣਗੇ ਪਰ ਮੈਂ ਜਿਹੜੀ ਗੱਲ ਬਲਕਾਰ ਸਿੰਘ ਉਹਨਾਂ ਨੇ ਕਹੀ ਹੈ ਜਗਤਾਰ ਜੀ ਉਹਦੀ ਤਾਈਦ ਇਸ ਕਰਕੇ ਕਰਦਾ ਕਿ ਇੱਕ ਸਦਾਚਾਰਕ ਗੱਲ ਹੁੰਦੀ ਹੈ ਕਿ ਆਪਾਂ ਮੁੱਢਲੇ ਤੌਰ ਤੇ ਕਹਿੰਦੇ ਆ ਨਾ ਵੀ ਜਿਹੜਾ ਵੀ ਆਪਾਂ ਟਰਸਟ ਬਣਾਉਂਦੇ ਆ ਫਾਊਂਡੇਸ਼ਨ ਬਣਾਉਂਦੇ ਆ ਉਹ ਸਾਡੀ ਸਾਂਝਿਕ ਪੰਥਕ ਹੈ ਜੀ ਉਹ ਪੰਥਕ ਜਿਹੜੀ ਜਦੋਂ ਤੁਸੀਂ ਅਮਾਨਤ ਵਿੱਚ ਖਿਆਨਤ ਕਰਦੇ ਹੋ ਜੀ 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 ਉਹ ਸਦਾਚਾਰਕ ਤੌਰ ਤੇ ਗਲਤ ਹੈ ਜੀ 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 ਜਦੋਂ ਸਦਾਚਾਰਕ ਤੌਰ ਤੇ ਗਲਤ ਹੈ ਤੇ ਸਿੱਖ ਸੰਗਤਾਂ ਇਹਨੂੰ ਪ੍ਰਵਾਨ ਕਰ ਹੀ ਨਹੀਂ ਸਕਦੀਆਂ ਜੀ ਸੋ ਉਹ ਜਦੋਂ ਸੰਗਤਾਂ ਦੇ ਧਿਆਨ ਵਿੱਚ ਇਹ ਗੱਲ ਆਈ ਤੇ ਉਹਦਾ ਪ੍ਰੈਸ਼ਰ ਬਣਨਾ ਹੀ ਬਣਨਾ ਜੀ ਗੱਲ ਸਿਰਫ ਇਹ ਹੈ ਕਿ ਉਹਨਾਂ ਨੇ ਤਕਨੀਕੀ ਕੁਝ ਜਿਹਨੂੰ ਆਪਾਂ ਮੱਦਾਂ ਕਹਿੰਦੇ ਆ ਉਹਦਾ ਲਾਹਾ ਲੈਂਦੇ ਹੋਏ ਉਹਨਾਂ ਨੇ ਇਨ ਫਰਾਡੂਲੈਂਟ ਤਰੀਕੇ ਨਾਲ ਉਹਨਾਂ ਨੇ ਕਬਜ਼ਾ ਜਾ ਕਰ ਲਿਆ ਹੋਇਆ ਜੀ ਅਸੀਂ ਉਹ ਜਿਹੜਾ ਉਹਨਾਂ ਨੇ ਫਰਾਡ ਕੀਤਾ ਹੋਇਆ ਤਕਨੀਕੀ ਢੰਗ ਨਾਲ ਜੀ ਅਸੀਂ ਉਹ ਤਕਨੀਕੀ ਢੰਗ ਨਾਲ ਦੀ ਆਧਾਰ ਬਣਾ ਕੇ ਉਹਦੇ ਦੱਸਣਾ ਚਾਹੁੰਦੇ ਵੀ ਇਹ ਇਹਨਾਂ ਨੇ ਫਰਾਡ ਕੀਤਾ ਆਹ ਤਕਨੀਕੀ ਆਧਾਰ ਹੈ ਜਿਹਦੇ ਕਰਕੇ ਉਹ ਅਸੀਂ ਕੰਪਲੇਂਟ ਕਰਾਂਗੇ ਜਿਹਦੀ ਪੜਤਾਲ ਹੋਏਗੀ ਜੀ। ਅੱਛਾ ਹੁਣ ਤੁਹਾਨੂੰ ਲੱਗਦਾ ਹੈਗਾ ਕਿ ਆਸ ਬੱਝੀ ਹੈਗੀ ਕਿਉਂਕਿ ਅੱਜ ਗਵਰਨਰ ਸਾਹਿਬ ਨੂੰ ਵਫਦ ਮਿਲੋ ਕਹਿੰਦੇ ਕਿ ਤੁਸੀਂ ਇੱਕ ਪਹਿਲਾਂ ਕ੍ਰਿਮੀਨਲ ਕੰਪਲੇਂਟ ਦਿਖਾਓ ਫਿਰ ਮੈਂ ਦੇਖਾਂਗਾ ਕਿ ਜਾਂ ਹੋਰ ਵੀ ਅਜੇ ਪਬਲਿਕ ਡੋਮੇਨ 'ਚ ਜਾਣ ਦੀ ਜ਼ਰੂਰਤ ਹੈਗੀ? ਨਹੀਂ ਪਬਲਿਕ ਡੋਮੇਨ 'ਚ ਤਾਂ ਜਾਣ ਦੀ ਜ਼ਰੂਰਤ ਹੈਗੀ ਆ ਲੇਕਿਨ ਗਵਰਨਰ ਸਾਹਿਬ ਨੂੰ ਮਿਲਣ ਨਾਲ ਇੱਕ ਆਸ ਬੱਝੀ ਆ ਕਿਉਂਕਿ ਗਵਰਨਰ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਅੰਡਰ ਯੂਟੀ ਦੇ ਵਿੱਚ ਕੋਈ ਵੀ ਗਲਤ ਕੰਮ ਨਹੀਂ ਹੋਣ ਦਿਆਂਗਾ ਜੀ ਤੁਸੀਂ ਇਹ ਇੱਕ ਪ੍ਰੋਪਰ ਕੰਪਲੇਂਟ ਫਾਈਲ ਕਰਕੇ ਲੀਗਲ ਓਪੀਨੀਅਨ ਲੈ ਕੇ ਤੁਸੀਂ ਮੇਰੇ ਕੋਲ ਲਿਆਓ ਫਿਰ ਇਹਤੇ ਅੱਗੇ ਅਸੀਂ ਜਿਹੜੀ ਕਾਰਵਾਈ ਆ ਐਕਸ਼ਨ ਆ ਜਿਹਦਾ ਉਹ ਕਰਾਂਗੇ। ਸੋ ਇਸ ਕਰਕੇ ਸਾਡਾ ਇਹ ਮਤਲਬ ਇੱਕ ਤਾਂ ਪਬਲਿਕ ਡੋਮੇਨ 'ਚ ਸਾਰਿਆਂ ਕੋਲ ਜਾਣੀ ਚਾਹੀਦੀ ਤਾਂ ਕਿ ਲੋਕ ਇਹਦੇ ਨਾਲ ਜੁੜਨ ਤੇ ਇਸ ਪ੍ਰਾਪਰਟੀ ਨੂੰ ਦੁਬਾਰਾ ਸਿੱਖ ਪੰਥ ਦੇ ਲਈ ਵਰਤਿਆ ਜਾ ਸਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਫਾਊਂਡੇਸ਼ਨ ਬਣੀ ਆ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਔਰ ਉਹਦੇ ਪਰਿਵਾਰ ਦੀ ਜਿਹੜੀ ਕੁਰਬਾਨੀ ਹੋਈ ਆ ਦੁਨੀਆ 'ਚ ਇਹਦੇ ਨਾਲ ਦੀ ਕੋਈ ਐਗਜ਼ਾਮਪਲ ਹੀ ਨਹੀਂ ਹੈ ਲੇਕਿਨ ਇੱਕ ਪਰਿਵਾਰ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਬਣੀ ਹੋਈ ਪ੍ਰਾਪਰਟੀ ਉਹਨਾਂ ਵੱਲੋਂ ਦਿੱਤਾ ਹੋਇਆ ਜੋ ਨਿਸ਼ਾਨੇ ਸੀਗੇ ਉਹਨਾਂ ਨੂੰ ਪ੍ਰਮੋਟ ਕਰਨ ਦੀ ਬਜਾਏ 400 ਕਰੋੜ ਰੁਪਏ ਦਾ ਘਪਲਾ ਕਰਕੇ ਉੱਥੇ ਬੈਠ ਗਏ ਨੇ ਕਿਉਂਕਿ ਮੱਧਿਆ ਮਾਰਗ ਦੇ ਉੱਪਰ ਇਹ 4 ਏਕੜ ਜ਼ਮੀਨ ਆ ਜਿਹਦੀ ਇਸ ਵਕਤ ਚੰਡੀਗੜ੍ਹ ਦੀ ਪ੍ਰਾਪਰਟੀ ਦੀ ਵੈਲਿਊ ਦੇ ਮੁਤਾਬਕ 400 ਕਰੋੜ ਦੇ ਕਰੀਬ ਇਹਦੀ ਕੀਮਤ ਜਿਹੜੀ ਆ ਉਹ ਹੋਣੀ ਆ। ਸੋ ਇਸ ਕਰਕੇ ਇਹ ਮੈਂ ਸਮਝਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਦੇ ਨਾਂ ਨੂੰ ਲੈ ਕੇ ਸਿੱਖ ਪੰਥ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਉਸ ਪਰਿਵਾਰ ਵੱਲੋਂ ਕੀਤਾ ਜਾ ਰਿਹਾ
ਕਿਉਂਕਿ ਆਹਲੂਵਾਲੀਆ ਸਾਹਿਬ ਦੇ ਜਦੋਂ ਫੈਗ ਐਂਡ ਤੇ ਆਉਂਦੇ ਨੇ 2018 ਦੇ ਵਿੱਚ ਦੀ ਮੀਟਿੰਗ ਦੀ ਆਪਾਂ ਗੱਲ ਕਰਦੇ ਹਾਂ, ਉਹ ਇੱਕ ਮੀਟਿੰਗ ਦੇ ਵਿੱਚ ਇਹ ਏਜੰਡਾ ਲੈ ਕੇ ਆਏ ਸੀਗੇ। ਉੱਥੇ ਡਿਸਕਸ਼ਨ ਹੋਈ ਸੀ ਕਿ ਇਸ ਤਰ੍ਹਾਂ ਸਾਨੂੰ ਕਰ ਲੈਣਾ ਚਾਹੀਦਾ, ਮੈਂ ਕਰਨਾ ਚਾਹੁੰਦਾ, ਲੇਕਿਨ ਉਹ ਏਜੰਡਾ ਦੀ ਜਦੋਂ ਮੀਟਿੰਗ ਦੀ ਡਿਸਕਸ਼ਨ ਹੋਈ ਕਦੇ ਵੀ ਉਹਦੀਆਂ ਪ੍ਰੋਸੀਡਿੰਗ ਅਪਰੂਵ ਨਹੀਂ ਹੋਈਆਂ, ਨਾ ਹੀ ਕਦੇ ਉਸ ਤੋਂ ਬਾਅਦ ਮੀਟਿੰਗ ਬੁਲਾਈ ਗਈ ਆ। ਇਸ ਕਰਕੇ ਉਹ ਗੱਲ ਉੱਥੇ ਦੀ ਉੱਥੇ ਪਈ ਆ। ਜਿਹੜੀ ਇਸ ਵਕਤ ਮੈਡਮ ਸ਼ਬੀਨਾ ਗਿੱਲ ਜਿਹੜੀ ਕਲੇਮ ਕਰਦੀ ਹੈ ਕਿ ਮੈਂ ਪ੍ਰੈਜ਼ੀਡੈਂਟ ਹਾਂ, ਇਹ ਕੋਈ ਵਿਧੀਵਤ ਤਰੀਕੇ ਨਾਲ ਚੁਣੀ ਹੋਈ ਜਾਂ ਉਸ ਟਾਈਮ ਤੇ ਉਸ ਕਮੇਟੀ ਦੀ ਮੀਟਿੰਗ ਦੁਆਰਾ ਅਪਾਇੰਟ ਕੀਤੀ ਹੋਈ ਪ੍ਰੈਜ਼ੀਡੈਂਟ ਨਹੀਂ ਹੈ। ਇਹ ਲੀਗਲ ਤੌਰ ਤੇ ਐਜ਼ ਪ੍ਰੈਜ਼ੀਡੈਂਟ ਜਿਹੜੀ ਆ ਇਹ ਫੰਕਸ਼ਨ ਕਰ ਰਹੀ ਆ। ਸੋ ਇਸ ਕਰਕੇ ਇਸ ਫਰਾਡ ਨੂੰ ਚੈੱਕ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਦੇ ਲਈ ਹਿੰਮਤ ਕਰਨੀ ਚਾਹੀਦੀ ਆ, ਤਾਂ ਕਿ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਜਿਹੜੀ ਸੰਸਥਾ ਬਣੀ ਹੋਈ ਆ ਉਹ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤੇ ਹੋਏ ਜਿਹੜੇ ਉਦੇਸ਼ ਨੇ ਜਿਸ ਕਿਸਮ ਦੇ ਨੇ ਉਹਨਾਂ ਨੂੰ ਪੂਰਤੀ ਵਾਸਤੇ ਰਲ ਮਿਲ ਕੇ ਸਾਰੇ ਕੰਮ ਕਰਨੇ। ਅੱਛਾ, ਉਹਨਾਂ ਦਾ ਸਬੀਨਾ ਗਿੱਲ ਹੋਣਾ ਮੈਡਮ ਦਾ ਇੱਕ ਆਫੀਸ਼ੀਅਲੀ ਵਰਜਨ ਹੀ ਹੋਇਆ ਹੈ ਕਿ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਹ ਤੇ ਮੁੱਢਲੇ ਮੈਂਬਰ ਵੀ ਨਹੀਂ ਹੈਗੇ ਕਿ ਇਹਨਾਂ ਦਾ ਕੋਈ ਲੋੜ ਨਹੀਂ ਹੈਗੀ। ਉਹਨਾਂ ਨੇ ਆਪਣਾ ਪੱਖ ਦੱਸਿਆ ਜਦੋਂ ਤੁਹਾਡੀ ਪਹਿਲੀ ਇੰਟਰਵਿਊ ਅਸੀਂ ਚਲਾਈ ਸੀ, ਉਸ ਤੋਂ ਬਾਅਦ ਉਹਨਾਂ ਦਾ ਸਟੇਟਮੈਂਟ ਵੀ ਆਈ ਹੈ ਜੀ। ਉਹ ਭੁੱਲਰ ਸਾਹਿਬ ਸਾਡੇ ਕੋਲ ਰਿਕਾਰਡ ਹੈ ਸਾਰਾ ਕੁਛ ਹੀ ਜੀ, ਜਿਹਦੇ ਉੱਤੇ ਡਾਕਟਰ ਜਸਵੀਰ ਸਿੰਘ ਆਹਲੂਵਾਲੀਆ ਉਹਨਾਂ ਦੇ ਵੀ ਸਾਈਨ ਨੇ, ਤੇ ਜਿਹੜੇ ਇਹਨਾਂ ਨੇ ਮੈਂਬਰ ਬਣਾਏ ਸੀ ਇਹਨਾਂ ਦੀ ਮੀਟਿੰਗਾਂ ਹੁੰਦੀਆਂ ਰਹੀਆਂ ਬਕਾਇਦਾ, ਸਾਡੇ ਕੋਲ ਸਾਰਾ ਰਿਕਾਰਡ ਹੈਗਾ। ਸਬੀਨਾ ਗਿੱਲ ਦੇ ਕਹਿਣ ਨਾਲ ਇਹ ਕੋਈ ਫਰਕ ਨਹੀਂ ਪੈਂਦਾ ਹੈਗਾ। ਤੇ ਜਿਹਨੇ ਕੋਈ ਠੱਗੀ ਮਾਰਨੀ ਹੁੰਦੀ ਹੈ, ਚੋਰੀ ਕਰਨੀ ਹੁੰਦੀ ਆ, ਉਹ ਆਪਣੇ ਢੰਗ ਨਾਲ ਉੱਦਾਂ ਦੀਆਂ ਆਰਗੂਮੈਂਟ ਘੜ ਲੈਂਦੇ ਹੁੰਦੇ ਆ। ਤੇ ਇਹ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਵੀ 400-500 ਕਰੋੜ ਰੁਪਏ ਦੀ ਪ੍ਰਾਪਰਟੀ ਆ, ਤੇ ਜਿਹੜੀ ਮੁਫਤੋਂ ਮੁਫਤੀ ਇਹੋ ਜਿਹੀਆਂ ਠੱਗੀਆਂ ਠੁਗੀਆਂ ਨਾਲ ਉੱਤੇ ਕਾਬਜ਼ ਹੋਏ ਬੈਠੇ ਆ, ਤੇ ਉਹ ਇਸ ਤਰ੍ਹਾਂ ਗੱਲਾਂ ਦਾ ਕਰਨਗੇ ਉਹ 'ਚ ਕੋਈ ਦਮ ਨਹੀਂ ਹੈਗਾ ਉਹਦੇ ਵਿੱਚ। ਮੈਂ ਇਹਦੇ 'ਚ ਇੱਕ ਐਡ ਕਰਨਾ ਚਾਹੁੰਦਾ ਕਿ ਜਿਹੜੇ ਮਿਸਿਸ ਸ਼ਬੀਨਾ ਗਿੱਲ ਕਹਿ ਰਹੇ ਨੇ ਕਿ ਮੈਂਬਰ ਨਹੀਂ ਹੈਗੇ, ਮੈਡਮ ਇਹ ਤਾਂ ਦੱਸਣ ਕਿ ਉਹਨਾਂ ਨੂੰ ਕਦੋਂ ਤੇ ਕਿੰਨੇ ਪ੍ਰਧਾਨ ਬਣਾਇਆ ਸੀਗਾ, ਕਿਸ ਮਤੇ ਦੇ ਤਹਿਤ ਪ੍ਰਧਾਨ ਬਣੇ ਸੀਗੇ, ਕਦੋਂ ਮੀਟਿੰਗ ਹੋਈ, ਕਦੋਂ ਅਪਰੂਵ ਕੀਤਾ ਗਿਆ, ਉਹ ਤਾਂ ਦਿਖਾਉਣ ਸਾਨੂੰ ਲਿਆ ਕੇ, ਕਿੱਥੇ ਰਿਕਾਰਡ ਉਹਨਾਂ ਕੋਲ ਜਿਹਦੇ ਤਹਿਤ ਉਹ ਪ੍ਰਧਾਨ ਬਣੀ ਆ। ਬਲਕਿ ਅਸੀਂ ਇੱਕ ਬੋਨਾਫਾਈਡ ਮੈਂਬਰ ਹਾਂ ਉਹਦੇ, ਸਾਡੇ ਕੋਲ ਸਾਰੇ ਉਹਦੇ ਪ੍ਰੂਫ ਹੈਗੇ ਨੇ, ਉਹਨਾਂ ਕੋਲ ਕੋਈ ਪ੍ਰੂਫ ਨਹੀਂ ਹੈਗਾ। ਉਹ ਇੱਕ ਧੱਕੇ ਨਾਲ ਕੀਤਾ ਹੋਇਆ ਕਬਜ਼ਾ। ਮੈਂ ਸਪਲੀਮੈਂਟ ਕਰਨਾ ਚਾਹੁੰਦਾ ਜਗਤਾਰ ਜੀ, ਇਹ ਜਿਹੜੀ ਮਨਜੀਤ ਹੋਣੀ ਕਹਿ ਰਹੇ ਆ ਨਾ ਜੀ, ਜਦੋਂ ਪ੍ਰਧਾਨ ਬਣਦੇ ਆ ਇਹਨਾਂ ਦੇ ਦਸਖਤਾਂ ਨਾਲ ਹੀ ਉਹ ਪ੍ਰਧਾਨ ਬਣਦੇ ਆ ਜੀ। ਹੁਣ ਉਹ ਕਹਿਣ ਵੀ ਮੈਨੂੰ ਇਹ ਮੈਂਬਰ ਨਹੀਂ ਗੇ, ਕਮਾਲ ਇਹ ਹੈ ਕਿ ਇਹ 5 ਮੈਂਬਰਾਂ ਦੇ ਦਸਖਤ ਹੈ ਜੀ, ਜਿਹਦੇ ਤਹਿਤ ਉਹ ਪ੍ਰਧਾਨ ਬਣਦੇ ਆ ਫਰਵਰੀ 18 ਦੀ ਮੀਟਿੰਗ 'ਚ ਜੀ। ਤੇ ਉਹ ਹੁਣ ਕਿਵੇਂ ਇਸ ਗੱਲ ਨੂੰ ਡਿਨਾਈ ਕਰਨਗੇ ਕਿ ਇਹ ਮੈਂਬਰ ਨਹੀਂ ਗੇ। ਮਤਲਬ ਜੇ ਲੀਗਲੀ ਵੀ ਤੁਹਾਡਾ ਕੇਸ ਸੋਲਿਡ ਹੈ। ਹਾਂ ਐਗਜ਼ੈਕਟਲੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਫਰਵਰੀ 18 ਦੇ ਜਿਹੜੇ ਏਜੰਡਾ ਹੈ ਉਹਦੀ ਕਾਪੀ ਸਾਡੇ ਕੋਲ ਹੈਗੀ ਆ। ਉਦੋਂ ਬਾਅਦ ਡਿਸੀਜਨ ਦੇ ਉੱਪਰ ਇਹਨਾਂ ਨੇ ਦਸਖਤ ਕੀਤੇ ਬੋਨਾਫਾਈਡੀ ਮੈਂਬਰ ਦੇ ਤੌਰ ਤੇ, ਗੁੱਡ ਫੇਥ 'ਚ ਕੀਤੇ, ਇਸ ਆਸ ਨਾਲ ਵੀ ਕਰਨਗੇ। ਬਾਕੀ ਇਮੋਸ਼ਨਲ ਉਹ ਆਪਾਂ ਜਿਸ ਤਰ੍ਹਾਂ ਪਹਿਲਾਂ ਕੀਤੀ ਕਿ ਉਹ ਵੀ ਐਕਸਪਲੋਇਟੇਸ਼ਨ ਹੋਈ, ਮਿਹਨਤ ਕੀਤੀ ਗਈ ਇਹਨੇ ਵੀ ਇਹਨਾਂ ਦੀ ਯਾਰ ਇਹ ਕਰ ਦਿਓ ਤਾਂ ਕਿ ਆਪਾਂ ਕੰਟੀਨਿਊ ਕਰੀਏ। ਹੁਣ ਮੈਂ ਕਹਿੰਦਾ ਵੀ ਉਹ ਇਹ ਕਿਸ ਬੇਸ ਤੇ ਡਿਨਾਈ ਕਰ ਰਹੀ ਹੈ ਵੀ ਜਿਹੜੇ ਬੇਸ ਤੇ ਉਹ ਪ੍ਰਧਾਨ ਬਣੀ ਹੈ ਉਹ ਕਹਿੰਦੇ ਹੁਣ ਮੈਂਬਰ ਨਹੀਂ ਹੈ। ਇਹ ਬੜੀ ਅਜੀਬ ਗੱਲ ਹੈ। ਉਹਨਾਂ ਨੂੰ ਇਹ ਪੁੱਛੋ ਤੁਸੀਂ ਵੀ ਭਲਾ ਉਹ ਫੈਸਲਾ ਸਾਨੂੰ ਦੱਸੋ ਜਦੋਂ ਤੁਹਾਨੂੰ ਪ੍ਰਧਾਨ ਬਣਾਇਆ ਗਿਆ, ਉਹ ਤੇ ਚਲੋ ਦਸਖਤ ਦਿਖਾਓ ਵੀ ਭਲਾ ਇਹ ਮੈਂਬਰ ਹੈ ਕਿ ਨਹੀਂ ਹੈ। ਉਹਨਾਂ ਨੂੰ ਇਹ ਪੁੱਛ ਲਓ ਤੁਸੀਂ। ਨਾਲੇ ਸਿੰਪਲ ਗੱਲ ਜੀ ਇਹ ਹੈ ਕਿ ਟਰਸਟ ਕੀ ਹੈ, ਵਿਸ਼ਵਾਸ ਤੇ ਵਿਸ਼ਵਾਸ ਇਹ ਕੀਤਾ ਗਿਆ ਵੀ ਚੱਲ ਰਿਹਾ ਹੈ ਆਹਲੂਵਾਲੀਆ ਚੱਲ ਰਿਹਾ ਹੈ, ਉਹ ਜਿਵੇਂ ਚਲਾਉਣਾ ਚੱਲਦਾ। ਨਾਲੇ ਉਹਨਾਂ ਦਿਨਾਂ ਵਿੱਚ ਉਹਦੇ ਗੋਲੀ ਵੱਜੀ ਹੋਈ ਸੀ ਜੀ, ਹਾਲਾਤ ਮਾੜੀ ਸੀ, ਤੇ ਉਹ ਇੰਨਾ ਕੁ ਹੈਗਾ ਸੀ, ਕੈਮਾਫਲਾਜ ਕਰ ਲੈਂਦਾ ਸੀ, ਤੇ ਉਹਨੇ ਤਰਸ ਭਾਵਨਾ ਪੈਦਾ ਕੀਤੀ ਤੇ ਸੋਚਿਆ ਵੀ ਚਲੋ ਇਸ ਤਰ੍ਹਾਂ ਚੱਲੀ ਜਾਂਦੇ ਕਿ ਹੋਰ ਕਿਸੇ ਨੇ ਚੱਲਣ ਨਹੀਂ ਦੇਣਾ ਜੀ। ਮੈਨੂੰ ਤੇ ਇਹ ਨਹੀਂ ਪਤਾ, ਮੈਂ ਇਹਨਾਂ ਤੋਂ ਪੁੱਛਣਾ ਹੈ ਵੀ ਉਸ ਵੇਲੇ ਜਦੋਂ ਇਹਨਾਂ ਦਸਤ ਕੀਤੇ ਉਦੋਂ ਸਬੀਨਾ ਸੀ ਉੱਥੇ ਜੀ? ਨਹੀਂ, ਉਹ ਹੈ ਨਹੀਂ ਸੀ। ਜਿਹੜਾ ਬੰਦਾ ਆਪਣੇ ਆਪ ਦੇ ਨਾਲ ਕੌਰ ਵੀ ਨਹੀਂ ਲਿਖਦਾ ਜੀ, ਉਹਨੂੰ ਕੀ ਅਧਿਕਾਰ ਹੈ ਫਾਊਂਡੇਸ਼ਨ ਦਾ ਪ੍ਰਧਾਨ ਬਣੇ ਰਹਿਣ ਦਾ ਜੀ? ਉਹਨੂੰ ਇਹ ਨਹੀਂ ਪਤਾ ਵੀ ਇਹ ਗੱਲ ਜਦੋਂ ਇਹ ਰੇਜ਼ ਹੋਏਗੀ ਤੇ ਕਮਿਊਨਿਟੀ ਕੀ ਕਰੇਗੀ। ਅੱਛਾ, ਤੁਸੀਂ ਕਮਿਊਨਿਟੀ ਦਾ ਸਵਾਲ ਆ ਗਿਆ, ਪਰ ਤੁਹਾਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੰਟਰਵੀਨ ਦੀ ਜ਼ਰੂਰਤ ਹੈਗੀ ਕਿ ਏਡੀ ਵੱਡੀ ਸੰਸਥਾ ਹੈਗੀ ਆ, ਕਿਉਂ ਕਿਸੇ ਪਰਿਵਾਰਵਾਦ ਵਿੱਚ? ਤੇ ਮੈਂ ਗੱਲ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਮੇਰੀ ਕੱਲ ਹੀ ਧਾਮੀ ਸਾਹਿਬ ਨਾਲ ਇਸ ਇਸ਼ੂ ਤੇ ਗੱਲ ਹੋਈ ਸੀ ਜੀ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਇਹ ਪੰਥਕ ਪ੍ਰਾਪਰਟੀ ਹੈ, ਇਹਦੀ ਦੁਰਵਰਤੋਂ ਹੋ ਰਹੀ ਹੈ, ਤੁਹਾਨੂੰ ਇਹਦੇ 'ਚ ਇੰਟਰਵੀਨ ਕਰਨਾ ਚਾਹੀਦਾ ਹੈ। ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਸੀ, ਮੈਂ ਸਾਰੇ ਦੋਸਤਾਂ ਨਾਲ ਸਾਂਝੀ ਕੀਤੀ, ਕੱਲ੍ਹ ਹੀ ਮੇਰੀ ਗੱਲ ਹੋਈ ਹੈ ਵੀ ਤੁਸੀਂ ਸਾਨੂੰ ਲਿਖ ਕੇ ਭੇਜੋ, ਅਸੀਂ ਇਹਦੀ ਕਮੇਟੀ ਬਣਾਵਾਂਗੇ, ਇਹਦੀ ਜਾਂਚ ਕਰਾਵਾਂਗੇ, ਜਿੱਥੇ ਸਾਡਾ ਬਣਦਾ ਅਸੀਂ ਇੰਟਰਵੀਨ ਕਰਾਂਗੇ। ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਨੀਕੀ ਤੌਰ ਤੇ ਜਾਂਚ ਕਰਾ ਸਕਦੀ ਹੈ? ਕਰਵਾ ਸਕਦੀ ਹੈ, ਜਾਂਚ ਕਰਵਾ ਸਕਦੀ ਹੈ। ਉਹ ਅਕਾਲ ਤਖਤ ਨੂੰ ਇਹ ਸੌਂਪਣ ਜਾਂ ਆਪ ਕਰਨ। ਇਹ ਮੇਰੀ ਧਾਮੀ ਸਾਹਿਬ ਨਾਲ ਗੱਲ ਹੀ, ਉਹਨਾਂ ਨੇ ਮੈਨੂੰ ਪ੍ਰੋਮਿਸ ਕੱਲ੍ਹ ਕੀਤਾ, ਔਰ ਮੈਂ ਆਪਣੇ ਦੋਸਤਾਂ ਨਾਲ ਇਹ ਗੱਲ ਸਾਂਝੀ ਕੀਤੀ
ਮਤਲਬ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕੇਸ ਨੂੰ ਸੰਭਾਲ ਲੈਂਦੀ ਹੈਗੀ ਆ ਤੇ ਪਰਿਵਾਰ ਤੋਂ ਖਹਿੜਾ ਛੁੱਟ ਜੂਗਾ। ਨਹੀਂ, ਸਵਾਲ ਇਹ ਨਹੀਂ ਵੀ ਖੜਾ ਕਿਹਦੇ ਕੋਲ ਛੁੱਟ ਜਾਊਗਾ। ਜੀ ਸਵਾਲ ਹੈ ਕਿ ਕੰਮ ਹੋਣਾ ਸ਼ੁਰੂ ਹੋ ਜਾਏਗਾ। ਜੀ ਮੈਨੂੰ ਇੱਕ ਐਕੈਡਮੀਸ਼ੀਅਨ ਦੇ ਤੌਰ ਤੇ ਇੰਨਾ ਕੁ ਪਤਾ ਹੈ ਜੀ ਕਿ ਜਦੋਂ ਤੁਸੀਂ ਭਰੋਸਾ ਹੈ ਜਿਹੜੀ ਗੱਲ ਵਾਸਤੇ ਕੀਤਾ, ਉਹ ਗੱਲ ਤਾਂ ਹੋ ਹੀ ਨਹੀਂ ਰਹੀ। ਜੀ ਮੈਂਬਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਬਣਾ ਲਏ ਹੋਣਗੇ, ਜੀ ਪਰ ਉਹਨਾਂ ਦੀ ਪ੍ਰੋਸੀਡਿੰਗ ਕਿੱਥੇ ਨੇ? ਤੇ ਅਸੀਂ ਕਿਉਂਕਿ ਹੁਣ ਸਾਡੇ ਕੋਲ ਜਿਹੜਾ ਰਿਕਾਰਡ ਦੀ ਫਾਈਲ ਦੀ ਲਿੰਕ ਸਾਡੇ ਕੋਲ ਹੈ, ਉਹਨੂੰ ਦੇਖ ਕੇ ਰੋਣ ਆਉਂਦਾ ਹੈ ਕਿ ਬੰਦਾ ਇੰਨੀ ਢੀਠਤਾਈ ਨਾਲ ਫੈਸਲਾ ਲੈ ਸਕਦਾ ਹੈ, ਇੰਨੀ ਬੇਪਰਵਾਹੀ ਨਾਲ ਫੈਸਲਾ ਲੈ ਸਕਦਾ ਹੈ। ਤੇ ਉਹਨਾਂ ਫੈਸਲਿਆਂ 'ਚ ਇੱਕ ਫੈਸਲਾ ਇਹਦੀ ਕੁੜੀ ਨੂੰ ਪ੍ਰਧਾਨ ਬਣਾਉਣ ਦਾ ਹੈ। ਇਸ ਫੈਸਲੇ ਦੀ ਲੀਗੈਲਿਟੀ ਜੇ ਕੋਈ ਹੋਵੇ ਵੀ, ਤੇ ਜੇ ਉਹਨਾਂ ਨੂੰ ਯਕੀਨ ਵੀ ਹੋਵੇ, ਤੇ ਇਹਨੇ ਸਟੈਂਡ ਨਹੀਂ ਕਰਨਾ। ਇਹ ਮੇਰਾ ਵਿਸ਼ਵਾਸ ਹੈ, ਇਹ ਮੇਰੀ ਸਮਝ ਨਹੀਂ। ਫਿਰ ਕਿਸ ਗਰਾਊਂਡ ਤੇ ਤੁਸੀਂ ਚੈਲੰਜ ਕਰੋਗੇ? ਉਹ ਤੁਸੀਂ ਕਹਿ ਰਹੇ ਕਿ ਹੋ ਸਕਦਾ ਉਹਨਾਂ ਮੈਂਬਰ ਵੀ ਬਣਾ ਲਿਓ, ਹੋ ਸਕਦਾ ਉਹਨਾਂ ਵਿਧਾਨ ਵੀ ਚੇਂਜ ਕਰ ਲਵੇ, ਹੋ ਸਕਦਾ ਕਿ ਉਹ ਮੈਡਮ ਸਬੀਨਾ ਗਿੱਲ ਲਾਈਫ ਟਾਈਮ ਵਾਸਤੇ ਪ੍ਰਧਾਨ ਵੀ ਬਣੇ ਰਹਿਣ। ਲੀਗਲੀ ਸਟੈਂਡ ਕਰਦੇ ਫਿਰ ਵੀ ਤੁਹਾਨੂੰ ਆਸ ਆ? ਅਸੀਂ ਤੁਹਾਨੂੰ ਚੈਲੰਜ ਨਹੀਂ ਕਰ ਰਹੇ ਜੀ, ਅਸੀਂ ਤੇ ਇਹ ਕਹਿ ਰਹੇ ਹਾਂ ਵੀ ਜਿਹੜਾ ਇਸ਼ੂ ਹੈ, ਜਿਵੇਂ ਉਹਨਾਂ ਨੇ ਫਰਾਡੂਲੈਂਟਲੀ ਹਾਈਜੈਕ ਕੀਤਾ ਹੈ, ਜੀ ਇਟਸ ਇੰਪ੍ਰੋਪਰ ਅਨਐਥੀਕਲ। ਅਸੀਂ ਤਾਂ ਇੰਨੀ ਗੱਲ ਕਹਿ ਰਹੇ ਹਾਂ, ਔਰ ਇਹ ਵੀ ਗੱਲ ਪਬਲਿਕ ਡੋਮੇਨ 'ਚ ਲਿਆ ਰਹੇ ਹਾਂ। ਮੈਂ ਤਾਂ ਕੋਈ ਸਿੱਧਾ ਫਾਈਟਰ ਨਹੀਂ ਹਾਂ ਉਹਦਾ। ਜੀ ਮੈਂ ਜਿਵੇਂ ਤੁਹਾਡੇ ਨਾਲ ਗੱਲ ਕਰ ਰਿਹਾ, ਇਵੇਂ ਅਕਾਲ ਤਖਤ ਦੇ ਲਹਿਜੇਦਾਰਾਂ ਨਾਲ ਗੱਲ ਕੀਤੀ ਸੀ। ਜੀ ਉਹਨਾਂ ਨੇ ਇੰਟਰਵਿਊ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਹਨੂੰ ਪਤਾ ਨਹੀਂ ਲੱਗਦਾ ਕਿਵੇਂ ਕਰੀਏ ਕਿ ਕਮਿਊਨਿਟੀ ਦਾ ਇੱਕ ਇਹ ਵੀ ਹੈ। ਹੁਣ ਜੇ ਅਸੀਂ ਮਹਿਸੂਸ ਕੀਤਾ, ਦੋ ਫਰੰਟ ਨੇ ਨਾ, ਜੀ ਇੱਕ ਦੇ ਫਰੰਟ ਤੇ ਅਸੀਂ ਅੱਜ ਗੱਲ ਕਰਕੇ ਆਏ ਹਾਂ ਜੀ ਯੂਟੀ ਦੇ ਸਰਬਰਾਹ ਨਾਲ, ਜੀ ਤੇ ਦੂਜਾ ਫਰੰਟ ਜਿਹੜਾ ਉਹ ਹੈ ਪੰਥਕ। ਤੇ ਦੋਨੇ ਹੀ ਫਰੰਟ ਖੁੱਲਣਗੇ। ਉਹ ਕਿਹੜੀ ਫਰੰਟ ਦਾ ਕਿਵੇਂ ਜਵਾਬ ਦੇਣਗੇ ਮੈਨੂੰ ਨਹੀਂ ਪਤਾ, ਪਰ ਸਾਡਾ ਤਾਂ ਇਹ ਹੈ ਵੀ ਉਹ ਮੈਂ ਵਾਰ-ਵਾਰ ਕਹਿਣਾ, ਅੱਗੇ ਵੀ ਮੈਂ ਕਿਹਾ ਹੈ ਵੀ ਮੇਰਾ ਤਾਂ ਮਾਮਲਾ ਸਿੰਪਲ ਜਿਹੜਾ ਅਜੇ ਤੱਕ ਮੈਂ ਆਪਣਾ ਐਕਸਪੀਰੀਅੰਸ ਕਹਿਣਾ ਵੀ ਕੁੱਕੜਾਂ ਨੇ ਵੰਗ ਦੇਣੀ, ਕੋਈ ਜਾਗੇ ਨਾ ਜਾਗੇ। ਅੱਛਾ, ਤੁਸੀਂ ਤਾਂ ਚੰਗਾ ਖਾਣ ਪਾਤਾ। ਇੱਕ ਸਵਾਲ ਇਹ ਵੀ ਹੈ ਕਿ ਗਵਰਨਰ ਸਾਹਿਬ ਨੂੰ ਮਿਲੇ, ਹੁਣ ਪੰਥਕ ਦਾ ਮਸਲਾ ਹੀ ਬਣ ਗਿਆ। ਸਟੇਟ ਗਵਰਨਮੈਂਟ ਵੀ ਇਹਦੇ 'ਚ ਇੰਟਰਵਿਊ ਕਰ ਸੀ, ਸਟੇਟ ਨੂੰ ਵੀ ਅਪਰੋਚ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਨੂੰ, ਕਿਉਂਕਿ ਗ੍ਰਾਂਟ ਤੇ ਕਹਿੰਦੇ ਪੰਜਾਬ ਸਰਕਾਰ ਕੋਲ ਵੀ ਆਈ ਸ਼ੁਰੂਆਤੀ ਦੌਰ ਤੇ 35 ਲੱਖ ਰੁਪਏ। ਜੀ 35 ਲੱਖ ਰੁਪਇਆ ਪੰਜਾਬ ਸਰਕਾਰ ਨੇ ਬਿਲਕੁਲ ਦਿੱਤਾ। ਉਸ ਤਰੀਕੇ ਦੇ ਨਾਲ ਜਿਹੜੀ ਇਹ ਫਾਊਂਡੇਸ਼ਨ ਬਣੀ ਆ, ਸਾਰਾ ਕੁਛ ਆ, ਉਹ 'ਚ ਸਰਕਾਰ ਦਾ ਸਰਮਾਇਆ ਲੱਗਿਆ ਪਿਆ ਹੈ। ਜੀ ਜੀ ਲੇਕਿਨ ਇਹ ਆ ਕਿ ਉਹ ਸਾਰਾ ਸਰਮਾਇਆ ਲੱਗਣ ਤੋਂ ਬਾਅਦ ਇਹ ਜਿਹੜੀ ਅਸੈਟ ਸੀ, ਪ੍ਰਾਪਰਟੀ ਸੀਗੀ, ਇਹ ਪੰਥਕ ਬਣ ਗਈ। ਪੰਥਕ ਬਣਨ ਦੇ ਨਾਲ ਜਿਹੜਾ ਓਵਰਆਲ ਕੰਟਰੋਲ ਹੈ 'ਚ ਐਸਜੀਪੀਸੀ ਦਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੋਣਾ ਬਣਦਾ ਹੈ। ਇਹ ਜਦੋਂ ਤੱਕ ਸ਼ੁਰੂ ਦੇ ਬੰਦਿਆਂ ਨੇ 1966 ਦੇ ਵਿੱਚ ਬਣਾਈ, ਉਹਨਾਂ 'ਚ ਬਹੁਤ ਜ਼ਿਆਦਾ ਇਸ ਵਕਤ ਇਸ ਦੁਨੀਆ 'ਚ ਨਹੀਂ ਹੈਗੇ। ਉਸ ਤੋਂ ਬਾਅਦ ਇਹਦਾ ਲਗਭਗ 12-13 ਤੋਂ ਬਾਅਦ ਮਿਸਮੈਨੇਜਮੈਂਟ ਜਿਹੜਾ ਹੈ ਉਹ ਹੋਣਾ ਸ਼ੁਰੂ ਹੁੰਦਾ। 2019 'ਚ ਜਦੋਂ ਆਲੂਵਾਲੀ ਸਾਹਿਬ ਦੀ ਡੈਥ ਹੁੰਦੀ ਆ, ਅਸੀਂ ਉਸ ਦਿਨ ਤੋਂ ਹੀ ਇਹ ਇਸ਼ੂ ਜਿਹੜਾ ਰੇਜ਼ ਕਰ ਰਹੇ ਹਾਂ। ਲੇਕਿਨ ਵਿੱਚ ਕਰੋਨਾ ਆ ਗਿਆ। ਕਰੋਨਾ ਆਉਣ ਕਰਕੇ 2 ਸਾਲ ਤੱਕ ਕੋਈ ਕਾਰਵਾਈ ਜੇ ਤੇ ਨਹੀਂ ਹੋ ਸਕੇਗੀ। ਉਸ ਤੋਂ ਖਤਮ ਹੋਣ ਤੋਂ ਬਾਅਦ ਅਸੀਂ ਲਗਾਤਾਰ ਇਹਦੀ ਰਿਪਰੈਜ਼ੈਂਟੇਸ਼ਨ ਵੀ ਭੇਜ ਰਹੇ ਹਾਂ, ਇਸ਼ੂ ਵੀ ਰੇਜ਼ ਕਰ ਰਹੇ ਹਾਂ ਕਿ ਇਹ ਪੰਥਕ ਪ੍ਰਾਪਰਟੀ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਬਣੀ ਵੀ ਆ, ਤੇ ਗੁਰੂ ਗੋਬਿੰਦ ਸਿੰਘ ਦੇ ਜੋ ਉਹਨਾਂ ਦੇ ਉਦੇਸ਼ ਸੀਗੇ, ਉਹਨਾਂ ਦੀ ਪੂਰਤੀ ਵਾਸਤੇ ਇਹਨੂੰ ਕੰਮ ਕਰਨਾ ਚਾਹੀਦਾ। ਤੇ ਇਹਦੇ ਨਾਲ ਜਿਹੜੇ ਜੈਨੂਅਨ ਸਿੱਖ ਵਿਦਵਾਨ ਨੇ ਉਹ ਜੁੜਨ, ਤੇ ਉਹਨਾਂ ਕੋਲੇ ਪ੍ਰਾਪਰਟੀ ਰਹਿਣੀ ਚਾਹੀਦੀ, ਨਾ ਕਿ ਇੱਕ ਪਰਿਵਾਰ ਦੇ ਵਿੱਚ ਨਿੱਜੀ ਹੱਥਾਂ 'ਚ ਰਹਿਣਾ ਚਾਹੀਦਾ, ਜਿਹੜਾ ਕਿਸੇ ਗੱਲੋਂ ਵੀ ਇਹ ਕੁਆਲੀਫਾਈ ਨਹੀਂ ਕਰਦੇ ਕਿ ਇਸ ਸੰਸਥਾ ਦੀ ਪ੍ਰਧਾਨਗੀ ਜਿਹੜੀ ਆ ਉਹ ਕਰ ਸਕਣ। ਤੁਹਾਡਾ ਜਿਹੜਾ ਪ੍ਰਸ਼ਨ ਸੀ ਨਾ, ਉਹ ਇਹ ਸੀਗਾ ਕਿ ਪੰਜਾਬ ਗਵਰਨਮੈਂਟ ਵਾਲਾ। ਇਹ ਪੰਜਾਬ ਗਵਰਨਮੈਂਟ ਦਾ ਇਸ ਵੇਲੇ ਮਸਲਾ ਨਹੀਂ ਹੈ, ਇਹ ਪ੍ਰਾਪਰਟੀ ਯੂਟੀ 'ਚ ਹੈ ਜੀ, ਇੱਥੋਂ ਫੰਕਸ਼ਨ ਕਰ ਰਹੀ ਹੈ। ਇਸੇ ਕਰਕੇ ਗਵਰਨਰ ਸਾਹਿਬ ਦੇ ਜੁਰਿਸਡਿਕਸ਼ਨ 'ਚ ਆਉਂਦੀ ਹੈ। ਅਸੀਂ ਇਸੇ ਕਰਕੇ ਉਹਨਾਂ ਕੋਲ ਗਏ ਸੀ, ਔਰ ਉਹਨਾਂ ਨੇ ਇਹੀ ਕਿਹਾ ਵੀ ਤੁਸੀਂ ਲੀਗਲ ਇਹਦੀ ਰਿਪਰੈਜ਼ੈਂਟੇਸ਼ਨ ਦਵਾਓ, ਆਈ ਵਿਲ ਡੈਫੀਨਿਟਲੀ ਇੰਟਰਵੀਨ ਔਰ ਜਸਟਿਸ ਵਿਲ ਬੀ ਡਨ। ਸੋ ਅਸੀਂ ਇਸੇ ਕਰਕੇ ਸਰਕਾਰ ਕੋਲ, ਪੰਜਾਬ ਕੋਲ ਨਹੀਂ ਜਾ ਰਹੇ ਕਿ ਇਹ ਮਸਲਾ ਯੂਟੀ ਦੇ ਵਿੱਚ ਹੈ ਜੀ, ਜਿਹਨੂੰ ਕਹਿੰਦੇ ਨਾ ਉਹ ਪੁਲਿਸ ਵਾਲੇ ਕਹਿੰਦੇ ਵਕੂਆ ਜੀ ਜੀ, ਵੀ ਥਾਂ ਕਿੱਥੇ ਹੈ ਇਵਨ। ਸੋ ਇਹ ਹੈ। ਸੋ ਅਸੀਂ ਗਵਰਨਰ ਸਾਹਿਬ ਕੋਲ ਇਸੇ ਕਰਕੇ ਗਏ, ਔਰ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਇਹ ਤੁਸੀਂ ਦੱਸੋ ਇਹਦੇ 'ਚ ਇਲੀਗੈਲਿਟੀ ਕਿੱਥੇ ਹੈ, ਔਰ ਮੈਨੂੰ ਤੁਸੀਂ ਰਿਪਰੈਜ਼ੈਂਟੇਸ਼ਨ ਦਿਓ, ਆਈ ਗੈਟ ਇਟ ਇਨਵੈਸਟੀਗੇਟਡ। ਪਰ ਹੋ ਸਕਦਾ ਕਿ ਉਹ ਪਰਿਵਾਰ ਵੀ ਕਹਿੰਦੇ ਨੇ ਕਿ ਇਹ ਕਾਨੂੰਨੀ ਦਾ ਉਹਦੇ 'ਚ ਚਲੇ ਜਾਣ ਤੇ ਲੰਮਾ ਚੱਲੂਗਾ ਤੇ ਉਹਨਾਂ 'ਚ ਰਹੀ ਕੰਮ ਕਰਦੇ ਰਹਿਣ। ਭੁੱਲਰ ਸਾਹਿਬ ਉਹ ਜਮ ਕਰਨ ਕੁਝ ਗੱਲਾਂ ਜਿਹੜੀਆਂ ਉਹ ਸਾਡੇ ਵੱਸ ਨਹੀਂ ਹੈ। ਅਸੀਂ ਤਾਂ ਕੋਸ਼ਿਸ਼ ਕਰਨੀ ਹੈ ਨਾ, ਉਹ ਬਾਕੀ ਜੋ ਪ੍ਰੋਸੀਜਰ ਆ ਉਹਦੇ ਮੁਤਾਬਕ ਹੀ ਚੱਲੂ ਨਾ ਭੁੱਲਰ ਸਾਹਿਬ। ਦੈਟ ਵੀ ਕਾਂਟ ਜਸਟ ਐਕਸਪੀਡਾਈਟ, ਉਹ ਸਾਡੇ ਹੱਥ ਨਹੀਂਗਾ। ਜੀ ਜੀ, ਸਾਡੇ ਤੇ ਇਹ ਹੈ ਵੀ ਜਨਤਾ ਦੇ ਸਾਹਮਣੇ ਵੀ ਲਿਆਉਣਾ, ਕਾਨੂੰਨੀ ਅਧਿਕਾਰੀਆਂ ਦੇ ਸਾਹਮਣੇ ਵੀ ਰੱਖਣਾ ਵੀ ਆਹ ਇਲੀਗੈਲਿਟੀ ਹੋ ਰਹੀ ਹੈ, ਪਬਲਿਕ ਫੰਡ ਦੀ ਦੁਰਵਰਤੋਂ ਹੋ ਰਹੀ ਹੈ। ਜਿੱਥੇ ਜਿੱਥੇ ਸਾਨੂੰ ਠੀਕ ਲੱਗਦਾ ਉੱਥੇ ਉੱਥੇ ਦਰਵਾਜ਼ਾ ਖੜਕਾ ਰਹੇ। ਅੱਛਾ, ਮੇਰਾ ਆਖਰੀ ਸਵਾਲ ਹੈ। ਛੋਟਾ ਮੋਟਾ ਫਰਾਡ ਨਹੀਂ ਹੈ, ਇਹ 400 ਕਰੋੜ ਰੁਪਏ ਦੇ ਲਗਭਗ ਦਾ ਇਹ ਹੈਗਾ।
ਇਸ ਕਰਕੇ ਇਹਨੂੰ ਸੀਰੀਅਸਲੀ ਜਿਹੜਾ ਲਿਆ ਜਾਣਾ ਬਹੁਤ ਜ਼ਰੂਰੀ ਆ ਔਰ ਇਹ ਪੰਥ ਦੀ ਸਾਂਝੀ ਜਾਇਦਾਦ ਆ ਇਹ ਜਿਹੜੀ ਆ ਕਿਸੇ ਇੰਡੀਵਿਜੂਅਲ ਦੀ ਨਹੀਂ ਹੈ ਕਿ ਇਹ। ਅੱਛਾ, ਜਿਵੇਂ ਹੁਣ ਗਵਰਨਰ ਸਾਹਿਬ ਨੂੰ ਮਿਲੇ, ਮੇਰਾ ਆਖਰੀ ਸਵਾਲ ਆ ਕਿ ਲੋੜ ਪੈਣ ਤੇ ਜਿਵੇਂ ਇਹਨਾਂ ਨੇ ਟੈਲੀਫੋਨ ਤੇ ਗੱਲ ਹੋ ਗਈ ਆ ਧਾਮੀ ਸਾਹਿਬ ਦੇ ਨਾਲ, ਇਦਾਂ ਹੀ ਇੱਕ ਵਫਦ ਜਥੇਦਾਰ ਸਾਹਿਬ ਨੂੰ ਵੀ ਮਿਲ ਸਕਦਾ ਜੀ? ਹਾਂ, ਉਹ ਵੀ ਅਸੀਂ ਵਿਚਾਰ ਕਰਾਂਗੇ ਕਿਉਂਕਿ ਸਾਡੇ ਕੋਲ 2 ਮੈਂਬਰ ਹੋਰ ਵੀ ਨੇ ਜਿਹੜੇ ਲੁਧਿਆਣੇ ਨੇ, ਅੱਜ ਸਿਹਤ ਠੀਕ ਨਾ ਹੋਣ ਕਰਕੇ ਆ ਨਹੀਂ ਸਕੇ ਹੈਗੇ। ਇਹ ਵੀ ਵਿਚਾਰ ਕਰਾਂਗੇ। ਇੱਕ ਗੱਲ ਮੈਂ ਹੋਰ ਸਪਸ਼ਟ ਕਰ ਦਿਆਂ ਜਿਹੜੀ ਵਾਰ-ਵਾਰ ਉੱਠ ਰਹੀ ਆ ਵੀ ਕੁਝ ਮੈਂਬਰਾਂ ਦੇ ਸਾਈਨ ਹੋਏ ਆ ਇਸ ਲੜਕੀ ਨੂੰ ਪ੍ਰੈਜ਼ੀਡੈਂਟ ਬਣਾਉਣ ਲਈ। ਉਹਦੀ ਬੈਕਗਰਾਊਂਡ ਮੈਂ ਦੱਸ ਦਿੰਦਾ। ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਵਿੱਚ ਡਾਕਟਰ ਆਹਲੂਵਾਲੀਆ ਵਾਈਸ ਚਾਂਸਲਰ ਸੀ ਅਤੇ ਮੈਂ ਉਹਨਾਂ ਨਾਲ ਰਜਿਸਟਰਾਰ ਸੀਗਾ। ਉੱਥੇ ਇੱਕ ਐਡਮਿਸ਼ਨ ਦੇ ਮਸਲੇ ਉੱਤੇ ਉਹਨਾਂ ਦੀ ਗੋਲੀ ਵੱਜ ਗਈ ਸੀ। ਮੈਂ ਹੀ ਉਹਨਾਂ ਨੂੰ ਚੁੱਕ ਕੇ ਲੈ ਕੇ ਆਇਆ ਸੀਗਾ। ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਮਰਨ ਤੋਂ ਬਚਾਇਆ ਸੀਗਾ। ਅਤੇ ਇੱਕ ਤਾਂ ਹਮਦਰਦੀ ਵੀ ਸੀ ਉਹਨਾਂ ਨਾਲ, ਅਤੇ ਦੂਸਰਾ ਪਿਆਰ ਵੀ ਸੀਗਾ। ਇਕੱਠੇ ਕੰਮ ਕੀਤੇ ਲੰਮੇ ਸਮੇਂ ਤੋਂ, ਸਾਡੇ ਦੋਸਤਾਂ ਮਿੱਤਰਾਂ 'ਚ ਵਿਚਰਦੇ ਸੀਗੇ, ਸੰਬੰਧ ਵੀ ਸੀ ਉਹਨਾਂ ਚੰਗੇ ਸੀਗੇ। ਉਹਨਾਂ ਨੇ ਜਿਹੜਾ ਵਾਸਤਾ ਪਾਇਆ ਨਾ, ਉਹ ਕਹਿੰਦੇ ਵੀ ਦੇਖੋ ਹੁਣ ਮੇਰੇ ਜਵਾੜੇ ਵਿੱਚੋਂ ਗੋਲੀ ਲੱਗੀ ਆ, ਮੇਰੇ ਤੋਂ ਪ੍ਰੋਪਰ ਬੋਲਿਆ ਵੀ ਨਹੀਂ ਜਾ ਰਿਹਾ, ਬੋਡੀ ਮੇਰੀ ਨਹੀਂ ਕੰਮ ਕਰ ਰਹੀ, ਵੀ ਜੇ ਤੁਸੀਂ ਸਾਰੇ ਮੈਂਬਰ ਅਲਾਓ ਕਰੋ ਤਾਂ ਮੈਂ ਆਪਣੀ ਲੜਕੀ ਨੂੰ, ਜੇ ਤੁਸੀਂ ਅਲਾਓ ਕਰੋ, ਸਹਿਮਤੀ ਦਿਓ ਆਪਣੀ, ਤਾਂ ਮੈਂ ਆਪਣੀ ਲੜਕੀ ਨੂੰ ਅਸਿਸਟ ਕਰਨ ਲਈ ਆਪਣੇ ਨਾਲ ਲਾ ਲੈਂਦਾ ਅਤੇ ਮੈਂ ਇਹਨੂੰ ਵਾਈਸ ਪ੍ਰੈਜ਼ੀਡੈਂਟ ਬਣਾਉਂਦਾ ਆ। ਅਤੇ ਅਸੀਂ ਤਾਂ ਇਸ ਗੁੱਡ ਫੇਥ ਦੇ ਵਿੱਚ ਸਾਈਨ ਕੀਤੇ ਸੀਗੇ ਵੀ ਕੰਮ ਦੀ ਕੁਆਲਿਟੀ ਜਿਹੜੀ ਆ ਉਹ ਅਫੈਕਟ ਨਾ ਹੋਵੇ। ਅਤੇ ਸਾਡੇ ਤੋਂ ਚਿੱਤੇ ਵੀ ਨਹੀਂ ਸੀ ਵੀ ਇਹ ਡਾਕਟਰ ਆਹਲੂਵਾਲੀਆ ਇੱਕ ਮੁੱਢ ਬਣ ਰਹੇ ਆ ਵੀ ਪੰਥ ਦੀ ਪ੍ਰੋਪਰਟੀ ਨੂੰ ਪਰਸਨਲ ਟੱਬਰ ਦੇ ਹਵਾਲੇ, ਆਪਣੇ ਪਰਿਵਾਰ ਦੇ ਹਵਾਲੇ ਕਰਨ ਦਾ ਮੁੱਢ ਬਣ ਰਿਹਾ। ਅਸੀਂ ਤਾਂ ਸੋਚ ਵੀ ਨਹੀਂ ਸਕਦੇ ਇਹ ਗੱਲ। ਮਤਲਬ ਗੁੱਡ ਫੇਥ 'ਚ ਮਾਰੇ ਗਏ? ਗੁੱਡ ਫੇਥ 'ਚ ਮਾਰੇ ਨਹੀਂ ਗਏ। ਇਮੋਸ਼ਨਲੀ ਸਾਨੂੰ ਬਲੈਕਮੇਲ ਕੀਤਾ ਗਿਆ, ਇਮੋਸ਼ਨਲ ਪੱਤਾ ਖੇਡਿਆ ਉਹਨਾਂ ਨੇ। ਇਹ ਉਹਨਾਂ ਦੇ ਦਿਲ 'ਚ ਕੀ ਸੀਗੀ ਉਹ ਸਾਨੂੰ ਨਹੀਂ ਸੀ ਪਤਾ, ਕਿਉਂ ਦਿਲ 'ਚ ਵੜ ਕੇ ਤੁਸੀਂ ਦੇਖ ਨਹੀਂ ਸਕਦੇ ਕਿਸੇ ਦੇ। ਲੰਬੇ ਸਮੇਂ ਕੰਮ ਕਰ ਰਹੇ ਸੀਗੇ, ਕਦੇ ਕੋਈ ਪ੍ਰੋਬਲਮ ਨਹੀਂ ਸੀ ਆਈ। ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀਗਾ, ਉੱਥੇ ਕੋਈ ਨਾ ਕੋਈ, ਕਦੇ ਕੋਈ ਕਾਨਫਰੰਸ ਹੋਈ ਆ, ਕਦੇ ਸੈਮੀਨਾਰ ਹੋਏ ਆ, ਕਦੇ ਲੈਕਚਰ ਹੁੰਦੇ ਸੀਗੇ। ਅਸੀਂ ਵੀ ਦੋਸਤਾਂ ਮਿੱਤਰਾਂ ਨੂੰ ਫੋਨ ਕਰਕੇ ਕਹਿੰਦੇ ਹੁੰਦੇ ਵੀ ਆਓ ਫਲਾਣਾ ਲੈਕਚਰ ਆ। ਅਮਰੀਕਾ ਵਾਲੇ ਹਰਭਜਨ ਸਿੰਘ ਜੋਗੀ ਨੂੰ ਉੱਥੇ ਬੁਲਾਇਆ ਸੀ, ਉਹ ਡੋਰੀਆਂ 'ਚ ਬਹੁਤ ਵਧੀਆ ਲੈਕਚਰ ਹੋਇਆ, ਬੜਾ 3-4 ਘੰਟੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਇੱਦਾਂ ਦੇ ਕਾਨਫਰੰਸਾਂ ਹੋਈਆਂ ਬਹੁਤ ਵੱਡੀਆਂ। ਅਸੀਂ ਤਾਂ ਉਹੀ ਕਿਹਾ ਵੀ ਜੇ ਮੁੜ ਕੇ ਉਹੀ ਗੱਲ ਬਣ ਸਕਦੀ ਆ ਵੀ ਜੇ ਇਹਨਾਂ ਦੀ ਫਿਜ਼ੀਕਲੀ ਇਸ ਵੇਲੇ ਸਰੀਰ ਇਹਨਾਂ ਦਾ ਸਾਥ ਨਹੀਂ ਦਿੰਦਾ, ਅਤੇ ਜੇ ਇਹਨਾਂ ਦੀ ਬੇਟੀ ਨੂੰ ਅਸਿਸਟ ਕਰ ਦਿੰਦੀ ਤਾਂ ਮਾੜਾ ਵੀ ਕੀ ਆ। ਅਸੀਂ ਇਹ ਸੋਚ ਕੇ ਸਾਈਨ ਕੀਤੇ ਸੀਗੇ। ਇਹ ਇੱਕ ਵੱਡਾ ਭੁਲੇਖਾ ਇਹ ਪਬਲਿਕ ਜਾ ਰਿਹਾ, ਜਿਹੜਾ ਤੁਹਾਡੀ ਚੈਨਲ ਰਾਹੀਂ ਦੂਰ ਕਰਨਾ ਬਹੁਤ ਜ਼ਰੂਰੀ ਹੈ। ਅੱਛਾ, ਮੇਰੇ ਇੱਕ ਡਾਕਟਰ ਸਾਹਿਬ ਸਵਾਲ ਹੈ ਕਿ ਉਹ ਪਰਿਵਾਰ ਨੂੰ ਮਿਲਿਆ ਜਾ ਸਕਦਾ ਹੈਗਾ? ਉਹਨਾਂ ਨੇ ਆਪਣੇ ਆਪ ਨੂੰ ਇੰਨਾ ਕਲੋਜ਼ ਕਰ ਲਿਆ ਕਿ ਦਫ਼ਤਰ 'ਤੇ ਕਬਜ਼ਾ ਇਸ ਢੰਗ ਨਾਲ ਕੀਤਾ ਹੈ ਕਿ ਤੁਸੀਂ ਉੱਥੇ ਜਾਓ ਅਤੇ ਕੋਈ ਤੁਹਾਨੂੰ ਰਿਸਪੌਂਡ ਨਹੀਂ ਕਰੇਗਾ, ਜਿੰਦਾ ਨਹੀਂ ਖੋਲ੍ਹੇਗਾ, ਅੰਦਰ ਵੜ ਨਹੀਂ ਦੇਗਾ। ਅਤੇ ਨਾਲੇ ਜਿਹੜੀ ਉਮਰ 'ਚ ਮੈਂ ਲੰਘ ਰਿਹਾ ਇੱਥੇ ਯਾਰ ਇਹ ਪੰਗੇਬਾਜ਼ੀ ਦੀ ਕੀ ਗੱਲ ਹੈ? ਇਟਸ ਅ ਮੋਰਲ ਇਸ਼ੂ ਅਤੇ ਆਈ ਐਮ ਰੇਜ਼ਿੰਗ ਇਟ, ਬਟ ਦੈਟਸ ਆਲ। ਇਹ ਮੋਰਲ ਇਸ਼ੂ ਜਿਹੜਾ ਹੈ, ਜੇ ਕਮਿਊਨਿਟੀ ਆਪ ਹੀ ਇਹਨੂੰ ਨਹੀਂ ਟੇਕਅਪ ਕਰਨਾ ਚਾਹੁੰਦੀ ਅਤੇ ਠੀਕ ਹੈ, ਫਿਰ ਮੈਂ ਕੀ ਕਰ ਸਕਦਾ। ਪਰ ਕੋਈ ਹੋਰ ਮਿਸਾਲ, ਜਿਸ ਬੰਦੇ ਨੂੰ ਇਸ ਏਰੀਆ ਦਾ ਪਤਾ ਹੀ ਨਹੀਂ ਹੈ, ਜਿਸ ਬੰਦੇ ਨੇ ਕਦੇ ਕੋਈ ਇੱਕ ਆਰਟੀਕਲ ਨਹੀਂ ਲਿਖਿਆ, ਜਿਸ ਬੰਦੇ ਨੇ ਕਦੇ ਇਹੋ ਜਿਹੀ ਵਿੱਚ ਪਾਰਟੀਸਪੇਸ਼ਨ ਨਹੀਂ ਕੀਤੀ, ਉਹ ਬੰਦਾ ਪ੍ਰਧਾਨ ਬਣ ਕੇ ਬਹਿ ਗਿਆ ਔਰ 1 ਲੱਖ ਰੁਪਈਆ ਤਨਖਾਹ ਲੈ ਰਿਹਾ। ਇੱਕ ਕਾਰ ਨਵੀਂ ਖਰੀਦ ਕੇ, ਸ਼ੋਫਨ ਡਰਿਵਨ ਕਾਰ ਮਿਲੀ ਹੋਈ ਹੈ, ਪੈਟਰੋਲ ਦਿੱਤਾ ਜਾ ਰਿਹਾ। ਯਾਰ ਕੀ ਹੈ ਇਹ? ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਲੰਘੇ ਹੋ। ਮੈਂ ਤਾਂ ਹੁਣ ਰਿਟਾਇਰ ਹੋਇਆ ਡਾਇਰੈਕਟਰ ਦੇ ਤੌਰ 'ਤੇ ਪਿਛਲੇ ਮਹੀਨੇ, ਅਤੇ ਇਹ ਕੋਈ ਹੱਦ ਹੁੰਦੀ ਹੈ। ਤੁਸੀਂ ਜਿਸ ਥਾਂ 'ਤੇ ਬੈਠੇ ਹੋ ਨਾ, ਉਹਨੂੰ ਜਸਟੀਫਾਈ ਜੇ ਨਹੀਂ ਕਰਦੇ ਤੇ ਇਹ ਬੇਈਮਾਨੀ ਹੈ। ਚਲੋ, ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਜੀ, ਧੰਨਵਾਦ ਜੀ। ਔਰ ਜਿੱਥੋਂ ਤੱਕ ਸਵਾਲ ਆ ਇਹ ਫਾਊਂਡੇਸ਼ਨ ਦੀ ਆ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨੂੰ ਲੈ ਕੇ ਜਿਹੜੀ ਬਣਾਈ ਗਈ ਸੀ ਜਗ੍ਹਾ, ਉਸ 'ਤੇ ਜਿਹੜੀ ਪੰਥ ਦੀ ਪ੍ਰੋਪਰਟੀ ਜਾਇਦਾਦ ਸੀ ਉਹ ਕਿਵੇਂ ਪਿਤਾ ਪੁਰਖੀ ਹੋ ਗਈ। ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਪੰਥ ਕਦੋਂ ਇੰਟਰਵੀਨ ਕਰਦਾ ਹੈਗਾ, ਚਾਹੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰਨ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਮਸਲਾ ਕਿ ਜਿਸ ਭਾਵਨਾ ਦੇ ਨਾਲ ਇਹ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਆ, ਉਸੇ ਭਾਵਨਾ ਦਾ ਜਿਹੜਾ ਵਾ, ਉਸ ਭਾਵਨਾ ਦੇ ਨਾਲ ਜਿਹੜਾ ਪਰਿਵਾਰ ਖੇਡ ਰਿਹਾ ਗਾ, ਉਸ ਖੇਡ ਤੋਂ ਹੁਣ ਕਿਵੇਂ ਫਿਰ ਜਿਹੜੀ ਪ੍ਰੋਪਰਟੀ ਆ ਪੰਥ ਨੂੰ ਮਿਲੇਗੀ, ਇਹ ਆਉਣ ਵਾਲਾ ਸਮਾਂ ਤੈਅ ਕਰੇਗਾ। ਫਿਲਹਾਲ ਸਾਨੂੰ ਦਿਓ ਆਗਿਆ, ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।